ਉਹ ਮਹਾਰਾਣੀ ਸਵੇਰ ਤੋਂ ਹੀ ਪਾਠ ਕਰੀ ਜਾ ਰਹੀ ਹੈ। ਕਿੰਨੀ ਵਾਰ ਕਿਹਾ ਕਿ ਘੱਟੋ ਘੱਟ ਮੇਰੇ ਲਈ ਚਾਹ ਦਾ ਕੱਪ ਤਾਂ ਬਣਾ ਦਿਆ ਕਰ, ਉਸ ਤੋਂ ਬਾਅਦ ਕੋਈ ਕੰਮ ਸ਼ੁਰੂ ਕਰਿਆ ਕਰ। ਮਹਿੰਦਰ ਕੌਰ ਦੀ ਜ਼ੋਰ ਨਾਲ ਬੋਲਣ ਦੀ ਆਵਾਜ਼ ਆਈ ਤਾਂ ਉਹਨਾਂ ਦੀ ਨੌਂ ਪ੍ਰੀਤੋ ਅਚਾਨਕ ਡਰ ਗਈ ਤੇ ਬੋਲੀ, ਮੰਮੀ ਜੀ ਤੁਸੀਂ ਦੇਰ ਤੱਕ ਸੁੱਤੇ ਹੋਏ ਸੀ, ਇਸ ਕਰਕੇ ਮੈਂ ਸੋਚਿਆ ਕਿ ਮੈਂ ਪਹਿਲਾਂ ਪਾਠ ਕਰ ਲੈਂਦੀ ਹਾਂ, ਉਸ ਤੋਂ ਬਾਅਦ ਚਾਹ ਬਣਾ ਕੇ ਤੁਹਾਨੂੰ ਦੇ ਦੇਵਾਂਗੀ। ਤਾਂ ਮਹਿੰਦਰ ਕੌਰ ਬੋਲੀ, ਅੱਛਾ ਹੁਣ ਤਾਂ ਸੋਚਣ ਵੀ ਲੱਗ ਪਈ ਹੈ, ਅਗਰ ਮੈਂ ਸੁੱਤੀ ਹੋਈ ਸੀ ਤਾਂ ਤੂੰ ਉਠਾਇਆ ਕਿਉਂ ਨਹੀਂ? ਤੂੰ ਤਾਂ ਇਹੀ ਸੋਚ ਰਹੀ ਹੋਵੇਂਗੀ ਕਿ ਇਹ ਬੁੱਢੀ ਹੁਣ ਉੱਠੇ ਹੀ ਨਾ, ਬਸ ਸੁੱਤੀ ਹੀ ਰਹਿ ਜਾਵੇ। ਰੱਬ ਅੱਗੇ ਵੀ ਇਹੀ ਅਰਦਾਸਾਂ ਕਰਦੀ ਪਈ ਹੋਵੇਂਗੀ ਕਿ ਇਹ ਬੁੱਢੀ ਨੂੰ ਹੁਣ ਚੱਕ ਹੀ ਲਵੇ ਇਸ ਸੰਸਾਰ ਤੋਂ। ਨਹੀਂ ਮੰਮੀ ਜੀ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਰੱਬ ਦੇ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਮੈਂ ਤਾਂ ਹਮੇਸ਼ਾ ਤੁਹਾਡਾ ਭਲਾ ਹੀ ਸੋਚਦੀ ਹਾਂ ਤੇ ਰੱਬ ਮੇਰੀ ਉਮਰ ਵੀ ਤੁਹਾਨੂੰ ਲਗਾ ਦੇਵੇ, ਪ੍ਰੀਤੋ ਨੇ ਕਿਹਾ। ਤੇ ਮਹਿੰਦਰ ਕੌਰ ਨਾਲੇ ਬੋਲੀ, ਅੱਛਾ ਗੱਲਾਂ ਕਰਨ ਵਿੱਚ ਤਾਂ ਤੂੰ ਬਹੁਤ ਹੁਸ਼ਿਆਰ ਹੈ, ਘਰ ਦੇ ਕੰਮਾਂ ਵਿੱਚ ਵੀ ਹੁਸ਼ਿਆਰੀ ਦਿਖਾ ਲਿਆ ਕਰ। ਠੀਕ ਹੈ ਮੰਮੀ ਜੀ, ਮੈਂ ਹੁਣੇ ਚਾਹ ਲੈ ਕੇ ਆਉਣੀ ਹਾਂ। ਇੰਨਾ ਕਹਿੰਦੇ ਹੋਏ ਪ੍ਰੀਤ ਰਸੋਈ ਵਿੱਚ ਚਲੀ ਗਈ। ਘਰ ਵਿੱਚ ਹਰ ਰੋਜ਼ ਅਜਿਹੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਸਨ। ਕੋਈ ਅਜਿਹਾ ਦਿਨ ਨਹੀਂ ਸੀ ਜਾਂਦਾ ਜਦੋਂ ਮਹਿੰਦਰ ਕੌਰ ਆਪਣੀ ਨੂੰਹ ਨੂੰ ਤਾਨੇ ਮਾਣੇ ਨਹੀਂ ਮਾਰਦੀ ਤੇ ਖਰੀਆਂ ਖੋਟੀਆਂ ਨਾ ਸੁਣਾ ਲਵੇ। ਪਰ ਪ੍ਰੀਤ ਵੀ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਸੀ। ਉਹ ਆਪਣੀ ਸੱਸ ਦੀ ਹਰ ਗੱਲ ਬਸ ਚੁੱਪ ਕਰਕੇ ਸੁਣ ਲੈਂਦੀ ਸੀ। ਇਸ ਦੇ ਬਾਵਜੂਦ ਵੀ ਉਹ ਸਾਰੇ ਕੰਮ ਬੜੇ ਹੀ ਪਿਆਰ ਦੇ ਨਾਲ ਕਰਦੀ ਸੀ ਤੇ ਆਪਣੀ ਸੱਸ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੀ ਸੀ। ਕਿਸੇ ਵੀ ਕੰਮ ਵਿੱਚ ਉਹ ਕੋਈ ਕਮੀ ਨਹੀਂ ਸੀ ਛੱਡਦੀ। ਪਰ ਪਤਾ ਨਹੀਂ ਕਿਉਂ ਮਹਿੰਦਰ ਕੌਰ ਉੱਪਰ ਉਸ ਦੀ ਸੇਵਾ ਦਾ ਕੋਈ ਵੀ ਅਸਰ ਨਹੀਂ ਸੀ ਹੁੰਦਾ। ਘਰ ਦੇ ਸਾਰੇ ਮੈਂਬਰ ਮਹਿੰਦਰ ਕੌਰ ਦੀਆਂ ਇਹ ਗੱਲਾਂ ਸੁਣਦੇ ਰਹਿੰਦੇ, ਪਰ ਉਸ ਨੂੰ ਕੋਈ ਵੀ ਕੁਝ ਨਾ ਬੋਲਦਾ। ਮਹਿੰਦਰ ਸਿੰਘ ਇਸ ਸ਼ਹਿਰ ਦਾ ਮੰਨਿਆ ਹੋਇਆ ਅਮੀਰ ਬੰਦਾ ਸੀ, ਜਿਸ ਦੀ ਉਮਰ 60 ਸਾਲ ਦੀ ਸੀ ਤੇ ਮਹਿੰਦਰ ਕੌਰ ਉਸ ਦੀ ਧਰਮ ਪਤਨੀ ਸੀ, ਜੋ ਕਿ 58 ਸਾਲ ਦੀ ਸੀ। ਉਹਨਾਂ ਦਾ ਇੱਕ ਪੁੱਤਰ ਸੀ ਵਰਿੰਦਰ, ਜਿਸ ਦੀ ਉਮਰ 27 ਸਾਲ ਸੀ, ਧੀ ਅਮਰਪ੍ਰੀਤ ਜਿਸ ਦੀ ਉਮਰ 23 ਸਾਲ ਸੀ। ਮਹਿੰਦਰ ਸਿੰਘ ਨੂੰ ਸ਼ਹਿਰ ਵਿੱਚ ਸਾਰੇ ਜਾਣਦੇ ਸਨ ਤੇ ਉਹ ਅਮੀਰ ਵੀ ਬਹੁਤ ਸੀ। ਅਮੀਰ ਹੋਣ ਦੇ ਨਾਲ ਨਾਲ ਉਹ ਇੱਕ ਸਮਾਜ ਸੇਵੀ ਵੀ ਸੀ। ਸ਼ਹਿਰ ਦੇ ਵਿੱਚ ਉਹ ਕਿਸੇ ਵੀ ਸਮਾਜਿਕ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਇਸ ਕਰਕੇ ਸ਼ਹਿਰ ਦੇ ਲੋਕ ਉਹਨਾਂ ਨੂੰ ਬੜੀ ਇੱਜ਼ਤ ਦਿੰਦੇ ਸਨ। ਪੂਰਾ ਸ਼ਹਿਰ ਹੀ ਉਹਨਾਂ ਦਾ ਸਨਮਾਨ ਕਰਦਾ ਸੀ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਨਗਰ ਪਾਲਿਕਾ ਦੀਆਂ ਚੋਣਾਂ ਲੜਨ ਵਾਸਤੇ ਵੀ ਕਹਿੰਦੇ, ਪਰ ਹਰ ਵਾਰ ਉਹ ਮਨਾ ਕਰ ਦਿੰਦੇ ਸਨ। ਮਹਿੰਦਰ ਸਿੰਘ ਦਾ ਬਹੁਤ ਵੱਡਾ ਕਾਰੋਬਾਰ ਸੀ, ਜਿਸ ਨੂੰ ਉਹਨਾਂ ਦਾ ਪੁੱਤਰ ਵਰਿੰਦਰ ਹੀ ਦੇਖਦਾ ਸੀ। ਉਹ ਪਿਛਲੇ 4 ਸਾਲ ਤੋਂ ਲਗਭਗ ਸਾਰਾ ਕਾਰੋਬਾਰ ਹੀ ਸਾਂਭ ਰਿਹਾ ਸੀ। ਮਹਿੰਦਰ ਸਿੰਘ ਕਦੇ-ਕਦੇ ਹੀ ਆਫਿਸ ਜਾਂਦਾ ਸੀ ਜਾਂ ਵਰਿੰਦਰ ਨੂੰ ਕਾਰੋਬਾਰ ਦੇ ਸਿਲਸਿਲੇ ਵਿੱਚ ਕਦੀ-ਕਦੀ ਕੋਈ ਸਲਾਹ ਮਸ਼ਵਰਾ ਦੇ ਦਿੰਦਾ ਸੀ। ਮਹਿੰਦਰ ਸਿੰਘ ਦੀ ਧੀ, ਜੋ ਕਿ BA ਦੇ ਆਖਰੀ ਸਾਲ ਵਿੱਚ ਹੈ, ਤੇ ਮਹਿੰਦਰ ਸਿੰਘ ਉਸ ਦੇ ਲਈ ਇੱਕ ਯੋਗ ਵਰ ਲੱਭ ਰਹੇ ਸਨ। ਉਹ ਇਸੇ ਇੰਤਜ਼ਾਰ ਵਿੱਚ ਹਨ ਕਿ ਕਦੇ ਇਹ ਤਲਾਸ਼ ਖਤਮ ਹੋਵੇ ਤੇ ਉਹ ਆਪਣੀ ਧੀ ਦੇ ਹੱਥ ਪੀਲੇ ਕਰ ਦੇਣ। ਘਰ ਦੇ ਵਿੱਚ ਨੌਕਰਾਂ ਚਾਕਰਾਂ ਦੀ ਵੀ ਕੋਈ ਵੀ ਕਮੀ ਨਹੀਂ ਸੀ, ਪਰ ਮਹਿੰਦਰ ਕੌਰ ਨੇ ਬਸ ਆਪਣੀ ਨੂੰਹ ਪ੍ਰੀਤ ਹੱਥੋਂ ਹੀ ਕੰਮ ਕਰਵਾਉਣ ਦੀ ਆਦਤ ਸੀ। ਉਹ ਕੰਮ ਵੀ ਪ੍ਰੀਤ ਕੋਲੋਂ ਕਰਵਾਉਂਦੀ ਤੇ ਸਾਰਾ ਦਿਨ ਖਰੀਆਂ ਖੋਟੀਆਂ ਵੀ ਸੁਣਾਉਂਦੀ, ਪਰ ਪ੍ਰੀਤ ਨੇ ਆਪਣੀ ਸੱਸ ਦੀ ਗੱਲ ਦਾ ਕਦੇ ਵੀ ਬੁਰਾ ਨਹੀਂ ਸੀ ਮਨਾਇਆ। ਅਮਰਪ੍ਰੀਤ ਨੂੰ ਵੀ ਇਹ ਸਭ ਦੇਖ ਕੇ ਆਪਣੀ ਭਾਬੀ ਲਈ ਬਹੁਤ ਬੁਰਾ ਲੱਗਦਾ ਸੀ। ਉਹ ਦੇਖਦੀ ਹੈ ਕਿ ਉਸ ਦੀ ਭਾਬੀ ਸਾਰਾ ਦਿਨ ਉਸ ਦੀ ਮਾਂ ਦੀ ਸੇਵਾ ਕਰਦੀ, ਪਰ ਉਸ ਦੀ ਮਾਂ ਪ੍ਰੀਤ ਨੂੰ ਗੱਲਾਂ ਸੁਣਾਉਣ ਦਾ ਕੋਈ ਵੀ ਮੌਕਾ ਨਹੀਂ ਸੀ ਛੱਡਦੀ। ਬਸ ਇਹੀ ਗੱਲ ਉਹਨੂੰ ਹਮੇਸ਼ਾ ਬੁਰੀ ਲੱਗਦੀ ਸੀ, ਪਰ ਉਹ ਕਰ ਕੁਝ ਨਹੀਂ ਸੀ ਸਕਦੀ, ਕਿਉਂਕਿ ਉਸ ਦੀ ਮਾਂ ਨੇ ਕਸਮ ਦੇ ਰੱਖੀ ਹੋਈ ਸੀ। ਅਮਰਪ੍ਰੀਤ ਆਪਣੀ ਭਾਬੀ ਨਾਲ ਬਹੁਤ ਪਿਆਰ ਕਰਦੀ ਸੀ। ਉਹ ਦੋਵੇਂ ਸਹੇਲੀਆਂ ਦੀਆਂ ਤਰ੍ਹਾਂ ਰਹਿੰਦੀਆਂ ਸਨ। ਨਨਾਣ ਭਰਜਾਈ ਆਪਸ ਵਿੱਚ ਹੱਸ ਖੇਡ ਲੈਂਦੀਆਂ ਤੇ ਹਰ ਤਰ੍ਹਾਂ ਦੀਆਂ ਗੱਲਾਂ ਇੱਕ ਦੂਜੇ ਨੂੰ ਦੱਸ ਦਿੰਦੀਆਂ। ਅਮਰਪ੍ਰੀਤ ਆਪਣੀ ਮਾਂ ਦੇ ਵਿਵਹਾਰ ਲਈ ਆਪਣੀ ਭਰਜਾਈ ਤੋਂ ਮਾਫੀ ਵੀ ਮੰਗਦੀ, ਪਰ ਪ੍ਰੀਤ ਹਮੇਸ਼ਾ ਇਹੋ ਕਹਿੰਦੀ ਕਿ ਮੰਮੀ ਜੀ ਤਾਂ ਮੈਨੂੰ ਆਪਣਾ ਹੀ ਸਮਝ ਕੇ ਗੁੱਸੇ ਹੁੰਦੀ ਹੈ। ਉਹ ਮੇਰੇ ਤੋਂ ਵੱਡੇ ਹਨ, ਇਸ ਕਰਕੇ ਉਹਨਾਂ ਦਾ ਪੂਰਾ ਹੱਕ ਹੈ ਮੇਰੇ ਉੱਪਰ ਉਹ ਮੈਨੂੰ ਗੁੱਸਾ ਕਰ ਸਕਣ। ਵੱਡਿਆਂ ਦੇ ਗੁੱਸੇ ਦਾ ਕਦੇ ਵੀ ਬੁਰਾ ਨਹੀਂ ਮੰਨਣਾ ਚਾਹੀਦਾ, ਇਸ ਕਰਕੇ ਤੈਨੂੰ ਮਾਫੀ ਮੰਗਣ ਦੀ ਕੋਈ ਵੀ ਜ਼ਰੂਰਤ ਨਹੀਂ। ਪ੍ਰੀਤ ਅਤੇ ਵਰਿੰਦਰ ਦੇ ਵਿਆਹ ਨੂੰ 7 ਮਹੀਨੇ ਹੋ ਚੁੱਕੇ ਸਨ।
ਪ੍ਰੀਤ ਆਪਣੇ ਪਿਤਾ ਦੀ ਇਕਲੌਤੀ ਸੰਤਾਨ ਸੀ। ਜਦੋਂ ਉਹ ਸਿਰਫ 12 ਸਾਲ ਦੀ ਸੀ ਤਾਂ ਉਸ ਦੀ ਮਾਂ ਬਿਮਾਰ ਹੋਣ ਦੇ ਕਾਰਨ ਇਸ ਦੁਨੀਆ ਤੋਂ ਚੱਲ ਵਸੀ। ਸਾਰੇ ਕੰਮਾਂ ਵਿੱਚ ਨਿਪੁੰਨ ਪ੍ਰੀਤ ਸੁੰਦਰ ਅਤੇ ਪੜ੍ਹਾਈ ਵਿੱਚ ਬਹੁਤ ਵਧੀਆ। ਪ੍ਰੀਤ ਦੇ ਪਿਤਾ ਜੀ ਇੱਕ ਦੁਕਾਨ ਉੱਪਰ ਨੌਕਰੀ ਕਰਦੇ ਸਨ। ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਕੁਝ ਠੀਕ ਨਹੀਂ ਸੀ, ਪਰ ਪ੍ਰੀਤ ਦੇ ਪਿਤਾ ਜੀ ਨੇ ਕਦੇ ਵੀ ਪ੍ਰੀਤ ਦੇ ਲਈ ਕੋਈ ਕਮੀ ਨਹੀਂ ਸੀ ਆਉਣ ਦਿੱਤੀ। ਪ੍ਰੀਤ ਆਪਣੀ ਪੜ੍ਹਾਈ ਦਾ ਬੋਝ ਤੇ ਹੋਰ ਖਰਚਿਆਂ ਦਾ ਬੋਝ ਆਪਣੇ ਪਿਤਾ ਉੱਪਰ ਨਹੀਂ ਪਾਉਣਾ ਚਾਹੁੰਦੀ ਸੀ। ਇਸ ਕਰਕੇ ਉਸਨੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਆਪਣੀ ਫੀਸ ਤੇ ਹੋਰ ਖਰਚੇ ਆਪਣੇ ਪੈਸਿਆਂ ਵਿੱਚੋਂ ਹੀ ਕੱਢ ਸਕੇ। ਪ੍ਰੀਤ ਦੇ ਪਿਛਲੇ ਸਾਲ ਹੀ ਗ੍ਰੈਜੂਏਸ਼ਨ ਕੀਤੀ ਸੀ ਤੇ ਹੁਣ ਉਹ ਪੋਸਟ ਗ੍ਰੈਜੂਏਟ ਦੇ ਪਹਿਲੇ ਸਾਲ ਵਿੱਚ ਸੀ। ਉਹ ਸ਼ਹਿਰ ਦੇ ਹੀ ਵਿੱਚ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਾਈ ਕਰਦੀ ਪਈ ਸੀ। ਪ੍ਰੀਤ ਦੇ ਕਾਲਜ ਵਿੱਚ ਇੱਕ ਟੈਲੈਂਟ ਸ਼ੋਅ ਹੋਣ ਵਾਲਾ ਸੀ, ਜਿਸ ਦੇ ਵਿੱਚ ਪ੍ਰੀਤ ਨੇ ਵੀ ਕਵਿਤਾ ਸੁਣਾਉਣ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਸੀ। ਟੈਲੈਂਟ ਸ਼ੋਅ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਮਹਿੰਦਰ ਸਿੰਘ ਨੂੰ ਸੱਦਿਆ ਗਿਆ ਸੀ। ਮਹਿੰਦਰ ਸਿੰਘ ਆਪਣੀ ਪਤਨੀ ਅਤੇ ਆਪਣੀ ਧੀ ਅਮਰਪ੍ਰੀਤ ਦੇ ਨਾਲ ਟੈਲੈਂਟ ਸ਼ੋਅ ਵਿੱਚ ਗਏ ਸਨ। ਜਦ ਕਵਿਤਾ ਸੁਣਾਉਣ ਦੇ ਲਈ ਪ੍ਰੀਤ ਸਟੇਜ ਦੇ ਉੱਪਰ ਆਈ ਤਾਂ ਆਪਣੀ ਕਵਿਤਾ ਸੁਣਾਉਣ ਲੱਗੀ। ਪ੍ਰੀਤ ਦੀ ਮਿੱਠੀ ਆਵਾਜ਼ ਅਤੇ ਉਸਦੇ ਆਤਮ ਵਿਸ਼ਵਾਸ ਨੇ ਮਹਿੰਦਰ ਸਿੰਘ ਦਾ ਮਨ ਮੋਹ ਲਿਆ। ਉਹ ਪ੍ਰਤੀਯੋਗਿਤਾ ਵਿੱਚ ਪ੍ਰੀਤ ਦੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜਦ ਮਹਿੰਦਰ ਸਿੰਘ ਘਰ ਪਹੁੰਚਿਆ ਤਾਂ ਉਹ ਤਾਂ ਬਸ ਪ੍ਰੀਤ ਦੇ ਹੀ ਗੁਣਗਾਨ ਕਰ ਜਾ ਰਿਹਾ ਸੀ। ਉਸ ਲੜਕੀ ਪ੍ਰੀਤ ਨੇ ਕਿੰਨਾ ਵਧੀਆ ਤਰੀਕੇ ਨਾਲ ਕਵਿਤਾ ਸੁਣਾਈ ਸੀ। ਉਹ ਦੇਖਣ ਵਿੱਚ ਵੀ ਸੋਹਣੀ ਸੀ ਤੇ ਉਸਦੀ ਆਵਾਜ਼ ਵੀ ਬਹੁਤ ਮਿੱਠੀ ਹੈ। ਆਤਮ ਵਿਸ਼ਵਾਸ ਦੇ ਵਿੱਚ ਤਾਂ ਉਸ ਨੂੰ ਕੋਈ ਜਿੱਤ ਹੀ ਨਹੀਂ ਸਕਦਾ। ਤਾਂ ਮਹਿੰਦਰ ਕੌਰ ਨੇ ਮਜ਼ਾਕ ਵਿੱਚ ਇਹ ਕਹਿ ਦਿੱਤਾ ਕਿ ਅਗਰ ਇੰਨੀ ਹੀ ਪਸੰਦ ਆਈ ਹੈ ਉਹ ਲੜਕੀ ਤਾਂ ਉਸ ਨੂੰ ਆਪਣੀ ਨੂੰਹ ਕਿਉਂ ਨਹੀਂ ਬੁਲਾ ਲੈਂਦੇ। ਵੈਸੇ ਵੀ ਤਾਂ ਤੁਸੀਂ ਆਪਣੇ ਪੁੱਤਰ ਵਰਿੰਦਰ ਵਾਸਤੇ ਲੜਕੀ ਲੱਭ ਹੀ ਰਹੇ ਹੋ। ਮਹਿੰਦਰ ਕੌਰ ਦੇ ਮੂੰਹੋਂ ਇਹ ਗੱਲ ਸੁਣਦਿਆਂ ਹੀ ਮਹਿੰਦਰ ਸਿੰਘ ਦੇ ਚਿਹਰੇ ਉੱਤੇ ਖੁਸ਼ੀ ਦੇ ਭਾਅ ਆ ਗਏ ਅਤੇ ਉਹ ਬੋਲੇ ਕਿ ਇਹ ਖਿਆਲ ਮੇਰੇ ਮਨ ਵਿੱਚ ਕਿਉਂ ਨਹੀਂ ਆਇਆ। ਮਹਿੰਦਰ ਕੌਰ, ਤੂੰ ਵੀ ਕਦੀ ਸਮਝਦਾਰੀਆਂ ਵਾਲੀਆਂ ਗੱਲਾਂ ਕਰ ਹੀ ਦਿੰਨੀ ਹੈ। ਇਹ ਸੁਣ ਕੇ ਮਹਿੰਦਰ ਕੌਰ ਨਾਰਾਜ਼ ਹੋ ਗਈ ਤੇ ਮਹਿੰਦਰ ਸਿੰਘ ਹੱਸਦੇ ਹੋਏ ਬੋਲਿਆ ਕਿ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਤੂੰ ਤਾਂ ਐਵੇਂ ਹੀ ਨਾਰਾਜ਼ ਹੋ ਗਈ ਹੈ। ਇਸ ਤੋਂ ਬਾਅਦ ਮਹਿੰਦਰ ਸਿੰਘ ਨੇ ਪ੍ਰੀਤ ਦੇ ਕਾਲਜ ਦੇ ਪ੍ਰਿੰਸੀਪਲ ਨੂੰ ਫੋਨ ਕੀਤਾ ਤੇ ਪ੍ਰਿੰਸੀਪਲ ਤੋਂ ਉਸਦਾ ਪੂਰਾ ਨਾਮ ਤੇ ਉਸਦੇ ਪਿਤਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ। ਮਹਿੰਦਰ ਸਿੰਘ ਨੇ ਆਪਣੇ ਅਕਾਊਂਟੈਂਟ ਨੂੰ ਬੁਲਾ ਕੇ ਪ੍ਰੀਤ ਦੇ ਘਰ ਪਰਿਵਾਰ ਦੀ ਪੂਰੀ ਜਾਣਕਾਰੀ ਹਾਸਲ ਕਰਨ ਵਾਸਤੇ ਕਿਹਾ ਤਾਂ ਅਕਾਊਂਟੈਂਟ ਬੋਲਿਆ, ਸਰਦਾਰ ਜੀ, ਉਹ ਤਾਂ ਮੇਰੇ ਬਹੁਤ ਵਧੀਆ ਮਿੱਤਰ ਹਨ। ਉਹਨਾਂ ਦੇ ਬਾਰੇ ਵਿੱਚ ਤਾਂ ਮੈਂ ਤੁਹਾਨੂੰ ਸਾਰਾ ਕੁਝ ਦੱਸ ਸਕਦਾ ਹਾਂ। ਉਹਨਾਂ ਦੀ ਪਤਨੀ 11 ਸਾਲ ਪਹਿਲਾਂ ਇਸ ਦੁਨੀਆ ਤੋਂ ਚੱਲ ਗਈ ਸੀ। ਘਰ ਦੇ ਵਿੱਚ ਦੋਨੋਂ ਬਾਪ ਬੇਟੀ ਹੀ ਰਹਿੰਦੇ ਹਨ। ਪ੍ਰੀਤ ਦੇ ਪਿਤਾ ਤੁਹਾਡੇ ਦੋਸਤ ਸੁਰਿੰਦਰ ਸਿੰਘ ਦੇ ਕੋਲ ਲਗਭਗ 25 ਸਾਲਾਂ ਤੋਂ ਨੌਕਰੀ ਕਰਦੇ ਹਨ ਤੇ ਉਹ ਉਹਨਾਂ ਵਾਸਤੇ ਇੱਕ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਹਨ। ਅਤੇ ਪ੍ਰੀਤ ਦਾ ਤੁਹਾਨੂੰ ਵੀ ਦੱਸੀਏ ਕਿ ਉਹ ਤਾਂ ਗੁਣਾਂ ਦੀ ਖਾਣ ਹੈ। ਜਿਹੜੀ ਵੀ ਘਰ ਜਾਵੇਗੀ ਉਹ ਘਰ ਨੂੰ ਸਵਰਗ ਬਣਾ ਦੇਵੇਗੀ। ਮਹਿੰਦਰ ਸਿੰਘ ਨੇ ਜਦੋਂ ਮਹਿੰਦਰ ਕੌਰ ਨੂੰ ਆਪਣੇ ਦਿਲ ਦੀ ਗੱਲ ਦੱਸੀ ਤਾਂ ਉਹ ਪ੍ਰੀਤ ਨੂੰ ਸੱਚੀ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੇ ਹਨ। ਤਾਂ ਕੋਲ ਹੀ ਖੜੀ ਉਹਨਾਂ ਦੀ ਧੀ ਅਮਰਪ੍ਰੀਤ ਨੇ ਆਪਣੇ ਪਿਤਾ ਦੀ ਗੱਲ ਸੁਣ ਕੇ ਬੋਲੀ, ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਪਾਪਾ, ਮੈਂ ਜਦੋਂ ਦਾ ਪ੍ਰੀਤ ਨੂੰ ਦੇਖਿਆ ਮੈਂ ਤਾਂ ਰੱਬ ਅੱਗੇ ਇਹੀ ਦੁਆ ਕਰ ਰਹੀ ਹਾਂ ਕਿ ਇਹੋ ਜਿਹੀ ਲੜਕੀ ਸਾਡੇ ਘਰ ਭਾਬੀ ਬਣ ਕੇ ਆਵੇ। ਮਹਿੰਦਰ ਕੌਰ ਨੇ ਵੀ ਕਹਿ ਦਿੱਤਾ ਕਿ ਠੀਕ ਹੈ, ਮੈਨੂੰ ਵੀ ਪ੍ਰੀਤ ਪਸੰਦ ਹੈ, ਪਰ ਮੈਨੂੰ ਇੱਕ ਗੱਲ ਦੀ ਸ਼ੰਕਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਬਹੁਤ ਜ਼ਿਆਦਾ ਫਰਕ ਹੈ। ਉਹ ਬਿਨਾਂ ਮਾਂ ਦੀ ਲੜਕੀ ਹੈ। ਮੈਂ ਇਹ ਗੱਲ ਦਾ ਮੈਨੂੰ ਡਰ ਹੈ ਕਿ ਉਹ ਸਾਡੇ ਘਰ ਵਿੱਚ ਆ ਕੇ ਸਭ ਕੁਝ ਸਹੀ ਤਰੀਕੇ ਨਾਲ ਨਿਭਾ ਵੀ ਪਾਵੇਗੀ ਕਿ ਨਹੀਂ। ਮਹਿੰਦਰ ਸਿੰਘ ਜੀ ਬੋਲੇ, ਮਹਿੰਦਰ ਕੌਰੇ, ਤੂੰ ਵੀ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਪ੍ਰੀਤ ਵਰਗੀ ਲੜਕੀ ਅਗਰ ਸਾਡੇ ਘਰ ਨੂੰ ਸੰਭਾਲ ਨਾ ਪਾਈ ਤਾਂ ਫਿਰ ਕੌਣ ਸੰਭਾਲ ਪਾਵੇਗਾ। ਤੂੰ ਬਿਲਕੁਲ ਵੀ ਚਿੰਤਾ ਨਾ ਕਰ ਤੇ ਸਮੇਂ ਦੇ ਨਾਲ ਉਹ ਸਭ ਕੁਝ ਸਿੱਖ ਜਾਵੇਗੀ। ਮਹਿੰਦਰ ਕੌਰ ਨੇ ਕਿਹਾ, ਅਗਰ ਵਰਿੰਦਰ ਦਾ ਵਿਆਹ ਪ੍ਰੀਤ ਨਾਲ ਕਰਨਾ ਹੀ ਹੈ ਤਾਂ ਮੇਰੀ ਇੱਕ ਸ਼ਰਤ ਹੈ ਕਿ ਵਿਆਹ ਤੋਂ ਬਾਅਦ ਮੈਂ ਕੁਝ ਵੀ ਕਰਾਂ, ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਨ ਨਹੀਂ ਪੁੱਛੇਗਾ। ਤੁਹਾਨੂੰ ਤਿੰਨਾਂ ਨੂੰ ਮੇਰੀ ਕਸਮ ਹੈ ਕਿ ਕੋਈ ਵੀ ਮੇਰੇ ਵਿਵਹਾਰ ਉੱਪਰ ਪ੍ਰਸ਼ਨ ਨਹੀਂ ਕਰੇਗਾ।
ਅਗਰ ਕਿਸੇ ਨੇ ਵੀ ਮੇਰੀ ਇਹ ਕਸਮ ਨੂੰ ਤੋੜਿਆ ਤਾਂ ਪ੍ਰੀਤ ਨੂੰ ਇਸ ਘਰ ਨੂੰ ਛੱਡ ਕੇ ਜਾਣਾ ਪਵੇਗਾ। ਮਹਿੰਦਰ ਸਿੰਘ ਅਤੇ ਅਮਰਪ੍ਰੀਤ ਤੇ ਉਹ ਤਾਂ ਸਿਰਫ ਪ੍ਰੀਤ ਨੂੰ ਹੀ ਇਸ ਘਰ ਦੀ ਨੂੰਹ ਬਣਾਉਣਾ ਚਾਹੁੰਦੇ ਸਨ। ਇਸ ਕਰਕੇ ਉਹਨਾਂ ਦੋਨਾਂ ਨੇ ਬਿਨਾਂ ਸੋਚੇ ਸਮਝੇ ਹੀ ਮਹਿੰਦਰ ਕੌਰ ਦੀ ਇਹ ਸ਼ਰਤ ਵੀ ਮੰਨ ਲਈ। ਭਵਿੱਖ ਵਿੱਚ ਕੀ ਹੋਵੇਗਾ ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਹੀ ਉਹਨਾਂ ਨੇ ਹਾਂ ਕਰ ਦਿੱਤੀ। ਉਹਨਾਂ ਨੇ ਇਹ ਤੱਕ ਨਾ ਸੋਚਿਆ ਕਿ ਮਹਿੰਦਰ ਕੌਰ ਨੇ ਇਹ ਕਸਮ ਤੇ ਸ਼ਰਤਾਂ ਕਿਉਂ ਰੱਖੀਆਂ ਸਨ। ਉਹਨਾਂ ਨੂੰ ਤਾਂ ਬਸ ਇਹੀ ਗੱਲ ਦੀ ਖੁਸ਼ੀ ਸੀ ਕਿ ਹੁਣ ਪ੍ਰੀਤ ਸਾਡੇ ਘਰ ਦੀ ਨੂੰਹ ਬਣਨ ਵਾਲੀ ਹੈ। ਜਦ ਵਰਿੰਦਰ ਨੂੰ ਇਸ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਸਨੇ ਕਿਹਾ, ਜਿਹੜੀ ਲੜਕੀ ਪਿਤਾ ਜੀ ਨੂੰ ਪਸੰਦ ਹੈ ਮੈਂ ਉਸ ਦੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਤੇ ਮੈਨੂੰ ਮਾਂ ਦੀਆਂ ਸ਼ਰਤਾਂ ਨਾਲ ਵੀ ਕੋਈ ਪਰੇਸ਼ਾਨੀ ਨਹੀਂ ਹੈ। ਮਹਿੰਦਰ ਸਿੰਘ ਨੇ ਆਪਣੇ ਦੋਸਤ ਸੁਰਿੰਦਰ ਸਿੰਘ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਪ੍ਰੀਤ ਦੇ ਪਿਤਾ ਜੀ ਨੂੰ ਮਿਲਣਾ ਚਾਹੁੰਦੇ ਹਨ। ਇਹ ਵੀ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਜਾਣਾ। ਅਗਲੇ ਦਿਨ ਸ਼ਾਮ ਨੂੰ ਮਹਿੰਦਰ ਸਿੰਘ, ਉਹਨਾਂ ਦੀ ਪਤਨੀ, ਬੇਟਾ ਤੇ ਬੇਟੀ ਪ੍ਰੀਤ ਦੇ ਘਰ ਪਹੁੰਚ ਗਏ। ਉਹਨਾਂ ਸਾਰਿਆਂ ਨੂੰ ਦੇਖ ਕੇ ਪ੍ਰੀਤ ਦੇ ਪਿਤਾ ਜੀ ਹੈਰਾਨ ਰਹਿ ਗਏ। ਇੰਨੇ ਵਿੱਚ ਮਹਿੰਦਰ ਸਿੰਘ ਜੀ ਬੋਲੇ, ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣ ਆਇਆ ਹਾਂ। ਤਾਂ ਪ੍ਰੀਤ ਦੇ ਪਿਤਾ ਜੀ ਹੱਥ ਜੋੜ ਕੇ ਖੜੇ ਹੋ ਕੇ ਬੋਲੇ, ਸਰਦਾਰ ਜੀ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਹੋ? ਤੁਸੀਂ ਮੈਨੂੰ ਗਰੀਬ ਨੂੰ ਸ਼ਰਮਿੰਦਾ ਕਰ ਰਹੇ ਹੋ। ਤੁਹਾਡੇ ਕੋਲੋਂ ਤਾਂ ਰੱਬ ਦਾ ਦਿੱਤਾ ਹੋਇਆ ਸਭ ਕੁਝ ਹੈ, ਭਲਾ ਮੈਂ ਤੁਹਾਨੂੰ ਕੀ ਦੇ ਸਕਦਾ ਹਾਂ? ਤਾਂ ਮਹਿੰਦਰ ਸਿੰਘ ਨੇ ਪ੍ਰੀਤ ਦੇ ਪਾਪਾ ਦੇ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਿਹਾ ਕਿ ਮੈਂ ਜੋ ਤੁਹਾਡੇ ਕੋਲ ਮੰਗਣ ਆਇਆ ਹਾਂ, ਜੋ ਇਸ ਸੰਸਾਰ ਦੇ ਵਿੱਚ ਮੈਨੂੰ ਤੁਹਾਡੇ ਇਲਾਵਾ ਕੋਈ ਹੋਰ ਨਹੀਂ ਦੇ ਸਕਦਾ, ਸਿਰਫ ਤੁਸੀਂ ਹੀ ਦੇ ਸਕਦੇ ਹੋ। ਪਰ ਸਰਦਾਰ ਜੀ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪ੍ਰੀਤ ਦੇ ਪਿਤਾ ਜੀ ਨੇ ਕਿਹਾ। ਤਾਂ ਮਹਿੰਦਰ ਸਿੰਘ ਬੋਲਿਆ ਕਿ ਅਸੀਂ ਤੁਹਾਡੀ ਧੀ ਨੂੰ ਆਪਣੇ ਘਰ ਦੀ ਧੀ ਬਣਾਉਣਾ ਚਾਹੁੰਦੇ ਹਾਂ। ਤੁਹਾਡੀ ਧੀ ਪ੍ਰੀਤ ਸਾਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ ਮਨਾ ਨਾ ਕਰਿਓ। ਅਸੀਂ ਲੋਕ ਬੜੀ ਉਮੀਦ ਦੇ ਨਾਲ ਆਏ ਹਾਂ। ਮਹਿੰਦਰ ਸਿੰਘ ਨੇ ਹੱਥ ਜੋੜਦੇ ਹੋਏ ਕਿਹਾ। ਪ੍ਰੀਤ ਦੇ ਪਿਤਾ ਜੀ ਨੇ ਮਹਿੰਦਰ ਸਿੰਘ ਦੇ ਜੁੜੇ ਹੱਥਾਂ ਨੂੰ ਦੇਖਦੇ ਹੋਏ ਕਿਹਾ ਕਿ ਬੋਲੋ ਸਰਦਾਰ ਜੀ, ਤੁਸੀਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮੇਰੇ ਸਾਹਮਣੇ ਹੱਥ ਜੋੜ ਕੇ ਮੈਨੂੰ ਸ਼ਰਮਿੰਦਾ ਨਾ ਕਰੋ। ਕਿੱਥੇ ਤੁਸੀਂ ਤੇ ਕਿੱਥੇ ਮੈਂ? ਤੁਹਾਡੀ ਤੇ ਮੇਰੀ ਆਰਥਿਕ ਸਥਿਤੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਤੁਸੀਂ ਹੀ ਮੈਨੂੰ ਦੱਸੋ ਕਿ ਮੈਂ ਇਹ ਰਿਸ਼ਤੇ ਨੂੰ ਕਿਸ ਤਰ੍ਹਾਂ ਮਨਜ਼ੂਰ ਕਰ ਸਕਦਾ ਹਾਂ। ਮਹਿੰਦਰ ਸਿੰਘ ਸਮਝ ਗਿਆ ਕਿ ਪ੍ਰੀਤ ਦੇ ਪਿਤਾ ਜੀ ਦਾਜ ਬਾਰੇ ਗੱਲ ਕਰ ਰਹੇ ਹਨ। ਅੱਜ ਦੇ ਸਮਾਜ ਵਿੱਚ ਜੋ ਕਿ ਬਹੁਤ ਵੱਡੀ ਸਮੱਸਿਆ ਹੈ। ਸਮਾਜ ਚਾਹੇ ਕਿੰਨਾ ਵੀ ਅੱਗੇ ਵੱਧ ਜਾਵੇ, ਪਰ ਦਾਜ ਰੂਪੀ ਸ਼ੈਤਾਨ ਹਮੇਸ਼ਾ ਇੱਕ ਪਿਤਾ ਦੇ ਸਾਹਮਣੇ ਆ ਖੜਾ ਹੁੰਦਾ ਹੈ। ਮਹਿੰਦਰ ਸਿੰਘ ਨੇ ਕਿਹਾ ਕਿ ਜਦੋਂ ਕੋਈ ਪਿਤਾ ਆਪਣੀ ਧੀ ਦਾ ਕੰਨਿਆਦਾਨ ਕਰਦਾ ਹੈ ਤਾਂ ਉਹ ਪਿਤਾ ਆਪਣੀ ਸਭ ਤੋਂ ਅਨਮੋਲ ਚੀਜ਼ ਦੇ ਦਿੰਦਾ ਹੈ, ਜੋ ਕਿ ਉਸ ਦੀ ਧੀ ਹੁੰਦੀ ਹੈ। ਜਿਸਨੇ ਆਪਣੀ ਧੀ ਦਿੱਤੀ ਉਸਨੇ ਪਿੱਛੇ ਕੀ ਰੱਖਿਆ? ਆਪਣੀ ਲਾਡਲੀ ਧੀ, ਕਲੇਜੇ ਦਾ ਟੁਕੜਾ ਕਿਸੇ ਨੂੰ ਦੇਣਾ ਇੰਨਾ ਆਸਾਨ ਨਹੀਂ ਹੁੰਦਾ। ਸਾਨੂੰ ਪ੍ਰੀਤ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਸਾਨੂੰ ਤਾਂ ਕੇਵਲ ਤੁਹਾਡੀ ਧੀ ਚਾਹੀਦੀ ਹੈ। ਇਹ ਗੱਲ ਸੁਣਦੇ ਹੀ ਪ੍ਰੀਤ ਦੇ ਪਿਤਾ ਜੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਅਤੇ ਕਹਿਣ ਲੱਗੇ, ਜਦੋਂ ਦੀ ਪ੍ਰੀਤ ਵੱਡੀ ਹੋਈ ਹੈ ਮੈਨੂੰ ਇਸ ਦੇ ਵਿਆਹ ਦੀ ਚਿੰਤਾ ਲੱਗੀ ਰਹਿੰਦੀ ਸੀ ਤੇ ਮੈਂ ਹਮੇਸ਼ਾ ਸੋਚਦਾ ਸੀ ਕਿ ਰੱਬਾ, ਬਿਨਾਂ ਮਾਂ ਦੀ ਬੱਚੀ ਵਾਸਤੇ ਕਿਹੜਾ ਘਰ ਸਹੀ ਰਹੇਗਾ। ਅਤੇ ਆਪਣੀ ਹੈਸੀਅਤ ਨੂੰ ਦੇਖਦੇ ਹੋਏ ਮੈਂ ਇਹੀ ਸੋਚਦਾ ਸੀ ਕਿ ਕੋਈ ਚੰਗਾ ਜਿਹਾ ਘਰ ਮੇਰੀ ਧੀ ਨੂੰ ਵੀ ਮਿਲ ਜਾਵੇ। ਪਰ ਸਰਦਾਰ ਜੀ, ਅਗਰ ਹਰ ਲੜਕੇ ਦਾ ਪਿਤਾ ਤੁਹਾਡੇ ਵਾਂਗੂ ਹੀ ਸੋਚਣ ਲੱਗ ਪਵੇ ਤਾਂ ਕੋਈ ਵੀ ਧੀ ਆਪਣੇ ਪਰਿਵਾਰ ਉੱਪਰ ਬੋਝ ਨਹੀਂ ਬਣੇਗੀ। ਹਰ ਪਰਿਵਾਰ ਦੇ ਵਿੱਚ ਬੇਟੀਆਂ ਨੂੰ ਸਿਰ ਦਾ ਤਾਜ ਸਮਝਿਆ ਜਾਵੇਗਾ। ਮਹਿੰਦਰ ਸਿੰਘ ਬੋਲਿਆ, ਤੁਸੀਂ ਬਿਲਕੁਲ ਫਿਕਰ ਨਾ ਕਰੋ। ਪ੍ਰੀਤ ਤੁਹਾਡੇ ਘਰੋਂ ਜਾ ਕੇ ਆਪਣੇ ਦੂਸਰੇ ਘਰ ਜਾਵੇਗੀ। ਤੁਸੀਂ ਸਿਰਫ ਇਸ ਰਿਸ਼ਤੇ ਵਾਸਤੇ ਹਾਂ ਕਰਦੇ ਹੋ। ਸਰਦਾਰ ਜੀ, ਅਗਰ ਰੱਬ ਤੁਹਾਡੇ ਸਾਹਮਣੇ ਕੁਝ ਮੰਗਣ ਆ ਜਾਵੇ ਤਾਂ ਮੈਂ ਇੰਨੇ ਜੋਗਾ ਨਹੀਂ ਕਿ ਮੈਂ ਉਸ ਦੀ ਇੱਛਾ ਨੂੰ ਮਨਾ ਕਰ ਦੇਵਾਂ। ਇਹ ਰਿਸ਼ਤਾ ਮੈਨੂੰ ਮਨਜ਼ੂਰ ਹੈ। ਮਹਿੰਦਰ ਸਿੰਘ ਜੀ ਕਹਿਣ ਲੱਗੇ, ਹੁਣ ਅਸੀਂ ਆਪਣੀ ਹੋਣ ਵਾਲੀ ਨੂੰਹ ਨੂੰ ਮਿਲਣਾ ਚਾਹੁੰਦੇ ਹਾਂ। ਇੰਨੇ ਵਿੱਚ ਸੁਰਿੰਦਰ ਸਿੰਘ ਜੀ ਦੀ ਪਤਨੀ ਪ੍ਰੀਤ ਨੂੰ ਲੈ ਕੇ ਬਾਹਰ ਆ ਗਈ। ਅੱਜ ਪ੍ਰੀਤ ਅਸਮਾਨੀ ਰੰਗ ਦੇ ਸੂਟ ਵਿੱਚ ਬਹੁਤ ਹੀ ਸੋਹਣੀ ਲੱਗ ਰਹੀ ਸੀ। ਅੱਜ ਵਰਿੰਦਰ ਦੀ ਉਸ ਨਾਲ ਪਹਿਲੀ ਮੁਲਾਕਾਤ ਸੀ। ਉਹ ਤਾਂ ਉਸ ਨੂੰ ਦੇਖਦਾ ਹੀ ਰਹਿ ਗਿਆ। ਰਿਸ਼ਤਾ ਪੱਕਾ ਕਰਨ ਵਾਸਤੇ ਮਹਿੰਦਰ ਕੌਰ ਨੇ ਪ੍ਰੀਤ ਨੂੰ ਸ਼ਗਨ ਦੇ ਤੌਰ ਤੇ ਸੋਨੇ ਦੀਆਂ ਚੂੜੀਆਂ ਪਾ ਦਿੱਤੀਆਂ। ਜਿਵੇਂ ਹੀ ਪ੍ਰੀਤ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਗਾਉਣ ਲੱਗੀ ਤਾਂ ਮਹਿੰਦਰ ਕੌਰ ਨੇ ਆਪਣੀ ਨੂੰਹ ਨੂੰ ਗਲੇ ਨਾਲ ਲਗਾ ਲਿਆ। ਪ੍ਰੀਤ ਦੇ ਪਿਤਾ ਜੀ ਨੇ ਸ਼ਗਨ ਦੇ ਤੌਰ ਤੇ ਵਰਿੰਦਰ ਦੇ ਹੱਥ ਉੱਪਰ ਕੁਝ ਪੈਸੇ ਰੱਖ ਦਿੱਤੇ। ਫਿਰ ਉਹਨਾਂ ਸਭ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਵਿਆਹ ਦੀ ਤਰੀਕ ਪੱਕੀ ਕਰਕੇ ਚਲੇ ਗਏ।
ਪੂਰੇ 1 ਮਹੀਨੇ ਬਾਅਦ ਪ੍ਰੀਤ ਆਪਣੇ ਸਹੁਰੇ ਘਰ ਨੂੰਹ ਬਣ ਕੇ ਆ ਗਈ। ਵਰਿੰਦਰ ਨੇ ਪ੍ਰੀਤ ਨੂੰ ਕਿਹਾ ਕਿ ਉਹ ਪਤੀ ਪਤਨੀ ਬਾਅਦ ਵਿੱਚ ਹਨ, ਪਹਿਲਾਂ ਇੱਕ ਚੰਗੇ ਦੋਸਤ ਬਣਨਗੇ। ਪ੍ਰੀਤ ਨੂੰ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਦੋਸਤੀ ਹੀ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜੋ ਕਿਸੇ ਉੱਪਰ ਥੋਪਿਆ ਨਹੀਂ ਜਾ ਸਕਦਾ, ਜਿਸ ਨੂੰ ਕਿ ਅਸੀਂ ਖੁਦ ਚੁਣਦੇ ਹਾਂ। ਇਸ ਲਈ ਜੀਵਨ ਦੇ ਵਿੱਚ ਇੱਕ ਸੱਚਾ ਦੋਸਤ ਹੋਣਾ ਬਹੁਤ ਜ਼ਰੂਰੀ ਹੈ। ਵਿਆਹ ਦੇ ਅਗਲੇ ਹੀ ਦਿਨ ਮਹਿੰਦਰ ਸਿੰਘ ਨੇ ਆਪਣੀ ਨੂੰਹ ਪ੍ਰੀਤ ਨੂੰ ਕਮਰੇ ਵਿੱਚ ਬੁਲਾਇਆ ਤੇ ਕਿਹਾ, ਧੀਏ, ਮੇਰੇ ਨਾਲ ਇੱਕ ਵਾਅਦਾ ਕਰ। ਅਗਰ ਤੇਰੀ ਸੱਸ ਤੈਨੂੰ ਕੁਝ ਵੀ ਕਵੇ, ਤੈਨੂੰ ਝਿੜਕਾਂ ਦੇਵੇ, ਗੁੱਸਾ ਕਰੇ, ਅਗਰ ਉਹ ਕੁਝ ਵੀ ਕਹਿ ਦੇਵੇ ਤਾਂ ਤੂੰ ਕਦੇ ਵੀ ਉਸ ਦਾ ਉਲਟਾ ਜਵਾਬ ਨਹੀਂ ਦੇਵੇਂਗੀ ਜਾਂ ਕਦੇ ਵੀ ਅਜਿਹਾ ਕਦਮ ਨਹੀਂ ਚੁੱਕੇਂਗੀ ਜਿਸ ਨਾਲ ਸਾਡੇ ਪਰਿਵਾਰ ਦੀ ਮਰਿਆਦਾ ਨੂੰ ਠੇਸ ਪਹੁੰਚੇ। ਪ੍ਰੀਤ ਬਹੁਤ ਹੀ ਸਿਆਣੀ ਕੁੜੀ ਸੀ। ਉਹ ਜਾਣਦੀ ਸੀ ਕਿ ਅਗਰ ਘਰ ਦੇ ਵੱਡੇ ਕੋਈ ਗੱਲ ਸਮਝਾਉਂਦੇ ਹਨ ਤਾਂ ਉਸ ਦੇ ਵਿੱਚ ਬੱਚਿਆਂ ਦੀ ਹੀ ਭਲਾਈ ਛੁਪੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੁੰਦਾ ਹੈ। ਵਿਦਿਆ ਤਾਂ ਇੱਕ ਇਨਸਾਨ ਨੂੰ ਬੁੱਧੀਮਾਨ ਬਣਾਉਂਦੀ ਹੈ, ਪਰ ਅਨੁਭਵ ਸਮਝਦਾਰ ਬਣਾਉਂਦੀ ਹੈ। ਇਸ ਕਰਕੇ ਉਸਨੇ ਆਪਣੇ ਸਹੁਰੇ ਨੂੰ ਕਿਹਾ ਕਿ ਅਗਰ ਤੁਸੀਂ ਇਹ ਵਾਅਦਾ ਮੇਰੇ ਕੋਲੋਂ ਨਾ ਵੀ ਲੈਂਦੇ ਤਾਂ ਮੈਂ ਫਿਰ ਵੀ ਆਪਣੀ ਸੱਸ ਮਾਂ ਦਾ ਪੂਰਾ ਮਾਣ ਰੱਖਦੀ। ਫਿਰ ਵੀ ਮੈਂ ਤੁਹਾਨੂੰ ਇਹ ਵਚਨ ਦੇ ਦਿੰਦੀ ਹਾਂ ਕਿ ਚਾਹੇ ਕੁਝ ਵੀ ਹੋ ਜਾਵੇ, ਮੈਂ ਆਪਣੀ ਮਾਂ ਵਰਗੀ ਸੱਸ ਦੇ ਅੱਗੇ ਕਦੇ ਵੀ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕਰੂੰਗੀ, ਕਦੇ ਵੀ ਇਸ ਘਰ ਦੀ ਮਰਿਆਦਾ ਨੂੰ ਕੋਈ ਠੇਸ ਨਹੀਂ ਪਹੁੰਚਾਵਾਂਗੀ। ਪਾਪਾ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਮੇਰੀ ਮਾਤਾ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਚਲੀ ਗਈ ਸੀ। ਅਗਰ ਇੰਨੇ ਸਾਲਾਂ ਬਾਅਦ ਰੱਬ ਨੇ ਮੈਨੂੰ ਮਾਂ ਦਾ ਸੁੱਖ ਦਿੱਤਾ ਹੈ ਤਾਂ ਮੈਂ ਉਹਨਾਂ ਦੇ ਸਾਹਮਣੇ ਬੋਲ ਕੇ ਉਹਨਾਂ ਦੇ ਦਿਲ ਨੂੰ ਕਦੇ ਵੀ ਦੁਖੀ ਨਹੀਂ ਕਰਾਂਗੀ। ਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਮਹਿੰਦਰ ਸਿੰਘ ਨੇ ਬੜੇ ਪਿਆਰ ਦੇ ਨਾਲ ਉਸਦੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, ਧੀਏ, ਸ਼ਾਇਦ ਮੈਂ ਪਿਛਲੇ ਜਨਮ ਵਿੱਚ ਕੋਈ ਪੁੰਨ ਕੀਤਾ ਹੈ ਜੋ ਮੈਨੂੰ ਤੇਰੇ ਵਰਗੀ ਨੂੰਹ ਮਿਲੀ। ਸਦਾ ਖੁਸ਼ ਰਹਿ। ਪਾਪਾ ਜੀ, ਇਹ ਤਾਂ ਮੇਰੀ ਖੁਸ਼ਕਿਸਮਤੀ ਹੈ ਕਿ ਤੁਸੀਂ ਮੈਨੂੰ ਆਪਣੀ ਨੂੰਹ ਦੇ ਤੌਰ 'ਤੇ ਸਵੀਕਾਰ ਕੀਤਾ। ਆਪਣੀ ਨੂੰਹ ਦੇ ਮੂੰਹ ਇਹ ਗੱਲ ਸੁਣ ਕੇ ਮਹਿੰਦਰ ਸਿੰਘ ਹੱਸ ਪਏ ਤੇ ਕਿਹਾ, ਹੁਣ ਜਾਓ ਤੇ ਆਪਣਾ ਕੰਮ ਕਰੋ। ਮੇਰੇ ਲਈ ਇੱਕ ਵਧੀਆ ਜਿਹੀ ਚਾਹ ਬਣਾ ਕੇ ਲਿਆਓ। ਹਾਂਜੀ ਠੀਕ ਹੈ ਪਾਪਾ ਜੀ। ਇਹ ਕਹਿੰਦੇ ਹੋਏ ਪ੍ਰੀਤ ਕਮਰੇ ਵਿੱਚੋਂ ਬਾਹਰ ਚਲੀ ਗਈ। 1 ਹਫ਼ਤੇ ਦੇ ਅੰਦਰ ਅੰਦਰ ਸਾਰੇ ਮਹਿਮਾਨ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਹੁਣ ਘਰ ਵਿੱਚ ਸਿਰਫ ਨੌਕਰ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੀ ਸਨ। ਮਹਿੰਦਰ ਕੌਰ ਹਰ ਗੱਲ ਤੇ ਲਈ ਆਪਣੀ ਹੀ ਨੂੰਹ ਨੂੰ ਬੁਲਾਉਂਦੀ ਤੇ ਅਗਰ ਉਸ ਨੂੰ ਆਉਣ ਵਿੱਚ ਥੋੜ੍ਹਾ ਜਿਹਾ ਵੀ ਟਾਈਮ ਲੱਗ ਜਾਂਦਾ ਤਾਂ ਅੱਗੋਂ ਉਸ ਨੂੰ ਗੁੱਸੇ ਹੋਣ ਲੱਗ ਜਾਂਦੀ। ਪਰਿਵਾਰ ਦੇ ਸਾਰੇ ਲੋਕਾਂ ਨੂੰ ਇਹ ਦੇਖ ਕੇ ਬਿਲਕੁਲ ਵੀ ਚੰਗਾ ਨਾ ਲੱਗਦਾ, ਪਰ ਉਹਨਾਂ ਨੂੰ ਆਪਣੀ ਮਾਂ ਦੀ ਸ਼ਰਤ ਅਤੇ ਕਸਮ ਯਾਦ ਸੀ, ਇਸ ਕਰਕੇ ਕੋਈ ਵੀ ਕੁਝ ਨਹੀਂ ਬੋਲ ਪਾਉਂਦਾ। ਪਰ ਹੌਲੀ ਹੌਲੀ ਆਪਣੀ ਸੱਸ ਨੂੰ ਖੁਸ਼ ਕਰਨ ਵਾਸਤੇ ਪ੍ਰੀਤ ਨੇ ਆਪਣੇ ਆਪ ਵਿੱਚ ਕੁਝ ਸੁਧਾਰ ਲਿਆਂਦੇ। ਜਦੋਂ ਵੀ ਮਹਿੰਦਰ ਕੌਰ ਉਸ ਨੂੰ ਗੁੱਸਾ ਕਰਦੀ ਤਾਂ ਉਹ ਚੁੱਪ ਰਹਿ ਕੇ ਸਭ ਕੁਝ ਸੁਣ ਲੈਂਦੀ ਤੇ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ। ਹੌਲੀ ਹੌਲੀ ਸਮਾਂ ਬੀਤਣ ਲੱਗਾ। ਪ੍ਰੀਤ ਦੇ ਵਿਆਹ ਨੂੰ ਹੁਣ 11 ਮਹੀਨੇ ਹੋ ਚੁੱਕੇ ਸਨ। ਅਜੇ ਵੀ ਮਹਿੰਦਰ ਕੌਰ ਆਪਣੀ ਨੂੰਹ ਨੂੰ ਗੁੱਸਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦੀ। ਇੱਕ ਦਿਨ ਮਹਿੰਦਰ ਸਿੰਘ ਜੀ ਦਾ ਭਰਾ, ਜੋ ਕਿ ਇਸੇ ਸ਼ਹਿਰ ਵਿੱਚ ਰਹਿੰਦਾ ਸੀ, ਉਹਨਾਂ ਦੇ ਘਰ ਵਿੱਚ ਪਾਠ ਸੀ ਤਾਂ ਮਹਿੰਦਰ ਸਿੰਘ ਨੂੰ ਉਹਨਾਂ ਨੇ ਆਪਣੇ ਘਰ ਪਰਿਵਾਰ ਸਮੇਤ ਇੱਕ ਦਿਨ ਪਹਿਲਾਂ ਹੀ ਆਉਣ ਬਾਰੇ ਕਿਹਾ। ਜਦ ਅਗਲੇ ਦਿਨ ਮਹਿੰਦਰ ਸਿੰਘ ਜਾਣ ਵਾਸਤੇ ਤਿਆਰ ਹੋਏ ਤਾਂ ਮਹਿੰਦਰ ਕੌਰ ਨੇ ਕਿਹਾ, ਤੁਸੀਂ ਜਾਓ, ਮੈਂ ਪਹਿਲੇ ਗੁਰਦੁਆਰੇ ਜਾਵਾਂਗੀ, ਫਿਰ ਸਿੱਧਾ ਉੱਥੇ ਪਹੁੰਚ ਜਾਊਂਗੀ। ਤਾਂ ਮਹਿੰਦਰ ਸਿੰਘ ਤੇ ਬਾਕੀ ਪਰਿਵਾਰ ਵਾਲੇ ਬਿਨਾਂ ਕਿਸੇ ਸਵਾਲ ਕੀਤੇ ਉੱਥੋਂ ਚਲੇ ਗਏ। ਕੁਝ ਦੇਰ ਬਾਅਦ ਮਹਿੰਦਰ ਕੌਰ ਵੀ ਉਹਨਾਂ ਦੇ ਘਰ ਪਹੁੰਚ ਗਈ। ਅਗਲੇ ਦਿਨ ਪਾਠ ਖਤਮ ਹੋਣ ਤੋਂ ਬਾਅਦ ਸਭ ਨੇ ਲੰਗਰ ਛਕਿਆ ਅਤੇ ਵਾਪਸ ਆਪਣੇ ਘਰਾਂ ਨੂੰ ਆ ਗਏ। ਮਹਿੰਦਰ ਸਿੰਘ ਵੀ ਆਪਣੇ ਪਰਿਵਾਰ ਸਮੇਤ ਵਾਪਸ ਘਰ ਆ ਗਿਆ। ਘਰ ਆ ਕੇ ਉਸਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਸੀ। ਮਹਿੰਦਰ ਸਿੰਘ ਨੇ ਨੌਕਰਾਂ ਨੂੰ ਆਵਾਜ਼ ਦਿੱਤੀ, ਪਰ ਕੋਈ ਵੀ ਉੱਤਰ ਨਾ ਆਇਆ। ਤਾਂ ਮਹਿੰਦਰ ਕੌਰ ਨੇ ਕਿਹਾ, ਮੇਰੇ ਕੋਲ ਘਰ ਦੀ ਇੱਕ ਚਾਬੀ ਹੈ। ਤਾਂ ਉਸਨੇ ਉਹ ਚਾਬੀ ਆਪਣੀ ਨੂੰਹ ਨੂੰ ਦਿੰਦੇ ਹੋਏ ਕਿਹਾ, ਪ੍ਰੀਤ, ਦਰਵਾਜ਼ਾ ਖੋਲ੍ਹ। ਜਿਵੇਂ ਹੀ ਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੂਰੇ ਘਰ ਦੇ ਵਿੱਚ ਹਨੇਰਾ ਸੀ। ਘਰ ਵਿੱਚ ਹਨੇਰਾ ਦੇਖ ਕੇ ਪ੍ਰੀਤ ਉੱਥੇ ਹੀ ਰੁਕ ਗਈ। ਤਾਂ ਮਹਿੰਦਰ ਕੌਰ ਨੇ ਉੱਚੀ ਆਵਾਜ਼ ਵਿੱਚ ਕਿਹਾ, ਪ੍ਰੀਤ, ਸਾਰੀ ਰਾਤ ਇੱਥੇ ਹੀ ਕੱਟਣ ਦਾ ਇਰਾਦਾ ਹੈ, ਅੰਦਰ ਚੱਲ। ਜਿਵੇਂ ਹੀ ਪ੍ਰੀਤ ਨੇ ਆਪਣਾ ਕਦਮ ਅੱਗੇ ਵਧਾਇਆ ਤਾਂ ਪੂਰਾ ਘਰ ਰੌਸ਼ਨੀ ਨਾਲ ਜਗਮਗ ਕਰ ਉੱਠਿਆ। ਪ੍ਰੀਤ ਦੇ ਸਿਰ ਉੱਪਰ ਗੁਲਾਬਾਂ ਦੀਆਂ ਪੰਖੜੀਆਂ ਦੀ ਬਰਸਾਤ ਹੋਣ ਲੱਗ ਪਈ। ਤਾਂ ਮਹਿੰਦਰ ਕੌਰ ਨੇ ਕਿਹਾ, ਧੀਏ, ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਢੇਰ ਸਾਰੀਆਂ ਅਸੀਸਾਂ ਦਿੱਤੀਆਂ। ਪੂਰਾ ਹਾਲ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਹੋਇਆ ਸੀ। ਕੰਧਾਂ ਦੇ ਉੱਪਰ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਹੋਇਆ ਸੀ, ਹੈਪੀ ਬਰਥਡੇ ਟੂ ਯੂ ਪ੍ਰੀਤ।
ਪ੍ਰੀਤ ਨੇ ਜਦੋਂ ਸਾਹਮਣੇ ਦੇਖਿਆ ਤਾਂ ਮੇਜ਼ ਉੱਪਰ ਕੁਝ ਰੱਖਿਆ ਹੋਇਆ ਸੀ। ਘਰ ਦੇ ਸਾਰੇ ਮੈਂਬਰ ਬੜੇ ਹੈਰਾਨ ਸਨ। ਇਹ ਦੇਖ ਕੇ ਮਹਿੰਦਰ ਕੌਰ ਨੇ ਕਿਹਾ, ਦੇਖ ਕੀ ਰਹੇ ਹੋ ਤੁਸੀਂ ਸਾਰੇ? ਅੱਜ ਮੇਰੀ ਨੂੰਹ ਦਾ ਜਨਮ ਦਿਨ, ਇਸ ਖਾਸ ਦਿਨ ਨੂੰ ਮੈਂ ਕਿਵੇਂ ਭੁੱਲ ਸਕਦੀ ਸੀ? ਇੰਨੇ ਵਿੱਚ ਮਹਿੰਦਰ ਸਿੰਘ ਜੀ ਬੋਲੇ, ਪਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਅਮਰਪ੍ਰੀਤ ਵੀ ਆਪਣੇ ਭਰਾ ਨੂੰ ਗੁੱਸਾ ਦੱਸਦੇ ਹੋਏ ਬੋਲੀ, ਵੀਰ ਜੀ ਤੁਹਾਨੂੰ ਵੀ ਯਾਦ ਨਹੀਂ ਸੀ? ਵਰਿੰਦਰ ਨੇ ਅੱਗੋਂ ਕਿਹਾ, ਮੈਨੂੰ ਵੀ ਪਤਾ ਨਹੀਂ ਸੀ ਅੱਜ ਪ੍ਰੀਤ ਦਾ ਜਨਮ ਦਿਨ ਹੈ ਤੇ ਇਸ ਨੇ ਵੀ ਮੈਨੂੰ ਨਹੀਂ ਦੱਸਿਆ। ਵਰਿੰਦਰ ਨੇ ਪ੍ਰੀਤ ਵੱਲ ਦੇਖਦੇ ਹੋਏ ਕਿਹਾ। ਅੱਗੋਂ ਪ੍ਰੀਤ ਨੇ ਕਿਹਾ ਕਿ ਮੈਂ ਵੀ ਭੁੱਲ ਗਈ ਸੀ, ਪਰ ਮਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਪ੍ਰੀਤ ਨੇ ਸਵਾਲ ਕੀਤਾ ਤਾਂ ਮਹਿੰਦਰ ਕੌਰ ਨੇ ਕਿਹਾ, ਤੈਨੂੰ ਯਾਦ ਆਇਆ? ਕੁਝ ਦਿਨ ਪਹਿਲਾਂ ਤੂੰ ਮੈਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ, ਮੈਂ ਉੱਥੋਂ ਤੇਰੇ ਜਨਮ ਦਿਨ ਦੀ ਤਰੀਕ ਦੇਖੀ ਸੀ, ਮੈਨੂੰ ਸਰਪ੍ਰਾਈਜ਼ ਦੇਣ ਦਾ ਮਨ ਬਣ ਗਿਆ। ਚਲੋ ਹੁਣ ਜਲਦੀ ਆਓ ਤੇ ਕੇਕ ਕੱਟੀਏ। ਉਸੇ ਵੇਲੇ ਘਰ ਦੇ ਨੌਕਰ ਵੀ ਆ ਗਏ ਤਾਂ ਮਹਿੰਦਰ ਸਿੰਘ ਨੇ ਸਾਰਿਆਂ ਨੂੰ ਗੁੱਸੇ ਹੁੰਦੇ ਹੋਏ ਕਿਹਾ, ਕਿੱਥੇ ਚਲੇ ਗਏ ਸੀ ਤੁਸੀਂ ਸਾਰੇ ਦੇ ਸਾਰੇ? ਤਾਂ ਮਹਿੰਦਰ ਕੌਰ ਬੋਲੀ ਕਿ ਉਹਨਾਂ ਨੂੰ ਕੁਝ ਨਾ ਕਹੋ, ਮੈਂ ਹੀ ਉਹਨਾਂ ਨੂੰ ਅਜਿਹਾ ਕਰਨ ਵਾਸਤੇ ਕਿਹਾ ਸੀ। ਫਿਰ ਪ੍ਰੀਤ ਨੇ ਕੇਕ ਕੱਟਿਆ ਤੇ ਸਭ ਤੋਂ ਪਹਿਲਾਂ ਆਪਣੀ ਸੱਸ ਸਹੁਰੇ ਨੂੰ ਖਵਾਇਆ। ਅਮਰਪ੍ਰੀਤ ਕਹਿਣ ਲੱਗੀ, ਮਾਂ ਤੁਸੀਂ ਮੈਨੂੰ ਪਹਿਲੇ ਦੱਸ ਦਿੰਦੇ ਤਾਂ ਮੈਂ ਭਾਬੀ ਲਈ ਕੋਈ ਵਧੀਆ ਜਿਹਾ ਗਿਫਟ ਲੈ ਕੇ ਆਉਂਦੀ। ਮਹਿੰਦਰ ਕੌਰ ਨੇ ਕਿਹਾ, ਉਹ ਸਭ ਤੋਂ ਬਾਅਦ ਵਿੱਚ ਦੇ ਦੇਵੀਂ, ਪਰ ਫਿਲਹਾਲ ਮੇਰੇ ਕੋਲ ਆਪਣੀ ਧੀ ਨੂੰ ਦੇਣ ਵਾਸਤੇ ਬਹੁਤ ਵਧੀਆ ਤੋਹਫਾ ਹੈ। ਸਾਰੇ ਮਹਿੰਦਰ ਕੌਰ ਦੇ ਵੱਲ ਦੇਖ ਕੇ ਹੈਰਾਨ ਸਨ ਕਿ ਅੱਜ ਉਸ ਦਾ ਵਿਹਾਰ ਬਹੁਤ ਬਦਲਿਆ ਲੱਗ ਰਿਹਾ ਸੀ। ਫਿਰ ਮਹਿੰਦਰ ਕੌਰ ਅੰਦਰ ਜਾ ਕੇ ਗਿਫਟ ਦੇ 2 ਪੈਕੇਟ ਚੱਕ ਕੇ ਲਿਆਈ ਤੇ ਪ੍ਰੀਤ ਨੂੰ ਦਿੰਦੇ ਹੋਏ ਕਹਿਣ ਲੱਗੀ, ਧੀਏ ਇਹ ਲੈ ਆਪਣੇ ਗਿਫਟ। ਪ੍ਰੀਤ ਬੋਲੀ, ਮਾਂ ਜੀ ਇਹ ਸਭ ਦੀ ਕੀ ਜ਼ਰੂਰਤ ਸੀ? ਮੈਨੂੰ ਤਾਂ ਤੁਹਾਡਾ ਆਸ਼ੀਰਵਾਦ ਮਿਲ ਗਿਆ, ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਗਿਫਟ ਹੈ। ਉਹ ਸਭ ਤਾਂ ਠੀਕ ਹੈ ਪ੍ਰੀਤ, ਪਰ ਤੂੰ ਪਹਿਲੇ ਇਹਨਾਂ ਨੂੰ ਖੋਲ੍ਹ। ਜਦ ਪ੍ਰੀਤ ਨੇ ਗਿਫਟ ਵਾਲਾ ਪਹਿਲਾ ਡੱਬਾ ਖੋਲ੍ਹਿਆ ਤਾਂ ਉਸ ਦੇ ਵਿੱਚ ਬਹੁਤ ਹੀ ਖੂਬਸੂਰਤ ਡਾਇਮੰਡ ਦਾ ਨੈਕਲਸ ਸੀ ਅਤੇ ਜਦ ਉਸਨੇ ਦੂਸਰਾ ਪੈਕੇਟ ਖੋਲ੍ਹਿਆ ਤਾਂ ਉਸ ਦੇ ਵਿੱਚ ਛੋਟੀ ਜਿਹੀ ਡੱਬੀ ਸੀ ਅਤੇ ਡੱਬੀ ਦੇ ਵਿੱਚ ਘਰ ਦੀਆਂ ਚਾਬੀਆਂ ਸਨ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਕਹਿੰਦੀ, ਮਹਿੰਦਰ ਕੌਰ ਨੇ ਕਿਹਾ, ਧੀਏ ਇਹ ਚਾਬੀਆਂ ਹੁਣ ਤੇਰੀਆਂ, ਇਸ ਘਰ ਦੀ ਜ਼ਿੰਮੇਵਾਰੀ ਵੀ ਤੇਰੀ, ਹੁਣ ਮੈਂ ਇਹਨਾਂ ਸਭ ਤੋਂ ਆਜ਼ਾਦ ਹਾਂ। ਇਹ ਗੱਲ ਸੁਣ ਕੇ ਪ੍ਰੀਤ ਹੈਰਾਨ ਰਹਿ ਗਈ। ਇੰਨੇ ਵਿੱਚ ਮਹਿੰਦਰ ਕੌਰ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਉਸ ਕਸਮ ਦਾ ਰਾਜ ਦੱਸਦੀ ਹਾਂ। ਦਰਅਸਲ ਮੈਂ ਆਪਣੀ ਨੂੰਹ ਨੂੰ ਆਪਣੇ ਤਰ੍ਹਾਂ ਪਰਫੈਕਟ ਬਣਾਉਣਾ ਚਾਹੁੰਦੀ ਸੀ ਤੇ ਮੈਨੂੰ ਅਜਿਹਾ ਲੱਗਦਾ ਸੀ ਕਿ ਪਿਆਰ ਦੇ ਨਾਲ ਇੰਨੀ ਜਲਦੀ ਸੰਭਵ ਨਹੀਂ ਹੈ। ਇਸ ਕਰਕੇ ਅਗਰ ਮੈਂ ਪਿਆਰ ਕਰਦੀ ਤਾਂ ਉਸ ਨੂੰ ਮੇਰੇ ਵਿੱਚ ਮਾਂ ਦਿਖਣੀ ਸ਼ੁਰੂ ਹੋ ਜਾਂਦੀ ਤੇ ਮੈਂ ਜੋ ਚਾਹੁੰਦੀ ਸਾਂ ਉਹ ਫਿਰ ਅਸੰਭਵ ਹੋ ਜਾਂਦਾ। ਇਸ ਕਰਕੇ ਕੁਝ ਵਕਤ ਲਈ ਮੈਨੂੰ ਕਠੋਰ ਬਣਨਾ ਪਿਆ, ਪਰ ਮੈਂ ਦਿਲ ਤੋਂ ਨਹੀਂ ਸੀ ਚਾਹੁੰਦੀ ਕਿ ਮੈਂ ਇਸ ਨੂੰ ਗੁੱਸੇ ਹੋਵਾਂ। ਮੈਂ ਜਦੋਂ ਵੀ ਪ੍ਰੀਤ ਨੂੰ ਗੁੱਸਾ ਕਰਦੀ ਤਾਂ ਮੈਨੂੰ ਬਹੁਤ ਤਕਲੀਫ ਹੁੰਦੀ ਸੀ। ਵਿਆਹ ਤੋਂ ਅਗਲੇ ਹੀ ਦਿਨ ਜਦ ਤੂੰ ਆਪਣੇ ਸਹੁਰੇ ਨੂੰ ਵਚਨ ਦਿੱਤਾ ਸੀ ਕਿ ਤੂੰ ਕਦੇ ਵੀ ਇਸ ਘਰ ਦੀ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਏਂਗੀ, ਮੈਨੂੰ ਉਸੇ ਵਕਤ ਅਹਿਸਾਸ ਹੋ ਗਿਆ ਸੀ ਕਿ ਤੂੰ ਬਹੁਤ ਜਲਦੀ ਇਸ ਘਰ ਨੂੰ ਸੰਭਾਲ ਲਵੇਂਗੀ। ਪਰ ਇੰਨੀ ਜਲਦੀ ਸੰਭਾਲ ਲਵੇਂਗੀ ਇਸ ਗੱਲ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ, ਪਰ ਅੱਜ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਤੂੰ ਇਸ ਪਰਿਵਾਰ ਦੇ ਮਾਣ ਸਨਮਾਨ ਨੂੰ ਸੰਭਾਲ ਕੇ ਰੱਖੇਂਗੀ। ਅੱਜ ਤੇਰਾ ਜਨਮ ਦਿਨ ਹੈ, ਪਰ ਸਭ ਤੋਂ ਵੱਡਾ ਤੋਹਫਾ ਤੂੰ ਮੈਨੂੰ ਦਿੱਤਾ ਹੈ। ਇਹ ਸੁਣ ਕੇ ਪ੍ਰੀਤ ਦੀਆਂ ਅੱਖਾਂ ਭਰ ਆਈਆਂ ਤੇ ਪਿਛਲੇ 11 ਮਹੀਨਿਆਂ ਤੋਂ ਉਹ ਜਿਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਉਹ ਦਿਨ ਆ ਗਿਆ ਸੀ। ਅੱਜ ਉਸਨੂੰ ਸਹੀ ਅਰਥਾਂ ਵਿੱਚ ਆਪਣੀ ਮਾਂ ਮਿਲ ਚੁੱਕੀ ਸੀ। ਉਸ ਦੀਆਂ ਅੱਖਾਂ ਵਿੱਚ ਆਏ ਅੱਥਰੂ ਦੇਖ ਕੇ ਮਹਿੰਦਰ ਕੌਰ ਨੇ ਕਿਹਾ, ਧੀਏ ਰੋ ਨਾ, ਅੱਜ ਤਾਂ ਖੁਸ਼ੀ ਦਾ ਦਿਨ ਹੈ। ਤਾਂ ਪ੍ਰੀਤ ਨੇ ਕਿਹਾ, ਅੱਜ ਮੈਨੂੰ ਮੇਰੀ ਮਾਂ ਮਿਲ ਗਈ ਹੈ, ਇਸ ਕਰਕੇ ਮਾਂ ਇਹ ਤਾਂ ਖੁਸ਼ੀ ਦੇ ਅੱਥਰੂ ਹਨ। ਇਹ ਸੁਣਦਿਆਂ ਹੀ ਮਹਿੰਦਰ ਕੌਰ ਨੇ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ ਅਤੇ ਕਿਹਾ, ਅਗਰ ਅੱਜ ਤੋਂ ਬਾਅਦ ਮੇਰੀ ਧੀ ਨੂੰ ਕਿਸੇ ਨੇ ਵੀ ਰੁਵਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਇਹ ਸੁਣ ਕੇ ਤਾਂ ਸਾਰਿਆਂ ਦੇ ਚਿਹਰੇ ਖੁਸ਼ੀ ਦੇ ਨਾਲ ਚਮਕ ਉੱਠੇ।